अमृतपाल सिंह, जिसको भिंडरावाले 2.0 भी कहा जा रहा है, ये नाम अचानक छा गया है। सोशल मीडिया पर वो ट्रेंड करने लगा है। इसने अपना लुक जो है जर्नैल सिंह भिंडरावाले जैसा बना रखा है। वही भिंडरावाले जिसने 80 के दशक में सिखों के लिए अलग देश खालिस्तान की मांग कर पूरे देश में कोहराम मचा दिया था। 23 फरवरी को अमृतपाल सिंह ने अपने समर्थकों के साथ अमृतसर के अजनाला पुलिस थाने के बाहर खूब हंगामा काटा। ये सभी पूरी तरह से हथियारों से लैस थे। पुलिस के बैरिकेड्स तोड़ दिए और फिर जबरन पुलिस स्टेशन के अंदर घुस गए। ये सभी अपने एक साथी लवप्रीत सिंह तूफान की गिरफ्तारी का विरोध कर रहे थे, जिसे पुलिस ने एक किडनैपिंग केस में अरेस्ट किया था। करीब आधे घंटे तक पुलिस और भीड़ के बीच झड़प होती रही। पुलिस को धमकी भी दी गई। नतीजतन पुलिस आरोपी की रिहाई पर तैयार हो गई। जानते हैं आखिर कौन है ये अमृतपाल सिंह। अमृतसर के जल्लूपुर खेड़ा में साल 1993 में अमृतपाल सिंह का जन्म हुआ था। 12वीं तक पढ़ाई करने के बाद 2012 में उसका पूरा परिवार दुबई चला गया। दुबई से लौटा अमृतपाल सिंह अभिनेता और कार्यकर्ता दीप सिद्धू द्वारा स्थापित संगठन वारिस पंजाब दे का प्रमुख है। सिद्धू की पिछले साल फरवरी में एक सड़क दुर्घटना में मौत हो गई थी। मकसद बारे पूछा चाहता है, किस मकसद ਦੇ ਨਾਲ ਤੁਸੀਂ ਦੁਬਈ ਤੋਂ ਪੰਜਾਬ ਆਏ? देखो मकसद ਇੱਕੋ ਇੱਕ ਹੈ ਵੀ ਪੰਜਾਬ ਦੇ ਵਿੱਚ ਜਿਹੜੀ ਸਿੱਖੀ ਦੀ ਦੁਰਦਸ਼ਾ ਹੋ ਰਹੀ ਹੈ, ਸਿੱਖਾਂ ਦੀ ਦੁਰਦਸ਼ਾ ਹੋ ਰਹੀ, ਨੌਜਵਾਨ ਨਸ਼ਿਆਂ ਨਾਲ ਮਰ ਰਹੇ ਨੇ ਇੱਥੇ। ਫਿਰ ਨੌਜਵਾਨ ਇੱਥੋਂ ਛੱਡ ਕੇ ਵਿਦੇਸ਼ਾਂ 'ਚ ਜਾਣ ਨੂੰ ਮਜਬੂਰ ਹੋ ਗਏ ਨੇ। ਪੰਜਾਬੀ ਬੋਲੀ ਜਿਹੜੀ ਆ ਉਹ ਖਤਮ ਕੀਤੀ ਜਾ ਰਹੀ ਹੈ ਏਜੰਡੇ ਦੇ ਤਹਿਤ। ਪੰਜਾਬ ਦੇ ਪਾਣੀਆਂ ਦੇ ਮਸਲੇ ਕੁੱਲ ਮਿਲਾ ਕੇ ਪੰਜਾਬ ਦੇ ਉੱਤੇ ਜਿਹੜੀ ਗੁਲਾਮੀ ਹੈ, ਜਿਹੜੀ ਇਹ ਇੰਪੋਜੀਸ਼ਨ ਸਲੇਵਰੀ ਹੈ, ਜਿਹੜੀ ਇਹਦੇ ਖਿਲਾਫ ਜਿਹੜਾ ਸੰਘਰਸ਼ ਕਰਨ ਲਈ ਪੰਜਾਬ ਆਏ, ਇਹੋ ਹੀ ਮਕਸਦ ਹੈ। ਹੋਰ ਇਹਦੇ 'ਚ ਕੋਈ ਨਿੱਜੀ ਮਕਸਦ ਸਾਡਾ ਨਹੀਂ ਹੈਗਾ ਕਿਸੇ ਕਿਸਮ ਦਾ। ਅਗਰ ਤੁਹਾਡੇ ਪਰਿਵਾਰ ਦੀ ਮੈਂ ਗੱਲ ਕਰਾਂ, ਤੁਹਾਡਾ ਪਿਛੋਕੜ ਕੀ ਹੈ? ਤੁਹਾਡੇ ਪਰਿਵਾਰ 'ਚ ਕੌਣ ਹੈ? ਕਿ ਤੁਹਾਡਾ ਪੂਰਾ ਪਰਿਵਾਰ ਵੀ ਇੱਥੇ ਦੁਬਈ ਤੋਂ ਇੱਥੇ ਪੰਜਾਬ ਆ ਗਿਆ, ਇਸ ਪਿੰਡ 'ਚ ਰਹਿਣਾ ਸ਼ੁਰੂ ਹੋ ਗਿਆ? ਨਹੀਂ, ਪਹਿਲਾਂ ਵੀ ਸਾਡੇ ਪਰਿਵਾਰ ਦੇ ਬਹੁਤੇ ਜੀ ਪਿੰਡ ਹੀ ਰਹਿੰਦੇ ਸਨ। ਦੁਬਈ ਦੇ ਸਿਰਫ ਕਾਰੋਬਾਰ ਵਾਸਤੇ ਜਿਹੜੇ ਸੀ ਕੁਛ ਸਾਡੇ ਜਿਹੜੇ ਬਾਪੂ ਜੀ ਅਤੇ ਚਾਚੇ ਤਾਏ ਗਏ ਸਨ। ਮਾਤਾ ਹੋਣੀ ਅਤੇ ਚਾਚੀਆਂ ਤਾਈਆਂ ਸਾਰੇ ਇੱਥੇ ਹੀ ਰਹਿੰਦੇ ਸਨ ਪੰਜਾਬ 'ਚ ਹੀ। ਉਹ ਹੁਣ ਜਿਹੜੇ ਨੇ ਤਕਰੀਬਨ ਬੰਦੇ ਸਾਡੇ ਇੱਥੇ ਹੀ ਨੇ ਅਜੇ ਵੀ ਪੰਜਾਬ 'ਚ, ਅਤੇ ਕੁਛ ਕੁ ਸਾਡੇ ਪਰਿਵਾਰਕ ਮੈਂਬਰ ਕੈਨੇਡਾ 'ਚ ਨੇ, ਉਹ ਲੰਮੇ ਸਮੇਂ ਤੋਂ ਉੱਥੇ ਰਹਿ ਰਹੇ ਨੇ। ਅਤੇ ਤੁਸੀਂ ਆਪਣੀ ਜ਼ਿੰਦਗੀ 'ਚ ਕੇਸ ਪਹਿਲੀ ਵਾਰੀ ਰੱਖੇ ਨੇ? ਨਹੀਂ, ਮੈਂ ਬਚਪਨ ਤੋਂ ਕੇਸ ਰੱਖੇ ਹੋਏ ਸਨ, ਅਤੇ ਜਦੋਂ ਮੈਂ ਕਾਲਜ ਜਾਣ ਲੱਗਾ ਸੀ ਉਦੋਂ ਮੈਂ ਆਪਣੇ ਕੇਸ ਕਤਲ ਕਰਾਤੇ ਸੀ। ਦੁਬਈ 'ਚ ਜਾਂ ਉਦੋਂ ਨਹੀਂ, ਇੱਥੇ ਪੰਜਾਬ 'ਚ। ਮੈਂ 20 ਸਾਲ ਦੀ ਉਮਰ ਤੱਕ ਇੱਥੇ ਹੀ ਰਿਹਾ। 19 ਸਾਲ ਦੀ ਉਮਰ ਤੱਕ ਦੁਬਈ ਮੈਂ 2012 'ਚ ਗਿਆ ਸੀ, ਅਤੇ ਉਦੋਂ ਮੈਂ ਕੇਸ ਕਤਲ ਕਰਵਾਤੇ ਸੀ ਆਪਣੇ। ਅਤੇ ਫਿਰ ਜਿਹੜੇ ਮੈਂ ਕੇਸ ਰੱਖੇ ਨੇ ਪਿਛਲੇ ਸਾਲ ਨਵੰਬਰ 'ਚ ਰੱਖੇ ਨੇ ਕੇਸ। ਅਤੇ ਜਿਵੇਂ ਤੁਸੀਂ ਆਪਣੀਆਂ ਸਪੀਚਾਂ ਮੈਂ ਤੁਹਾਡੀਆਂ ਸੁਣਦੀ ਹਾਂ, ਉਹ 'ਚ ਤੁਸੀਂ ਕੁਰਬਾਨੀ ਦੀ ਗੱਲ ਕਰਦੇ ਹੋ, ਸੀਸ ਦੇਣ ਦੀ ਗੱਲ ਕਰਦੇ ਹੋ। ਕੀ ਤੁਹਾਡਾ ਪਰਿਵਾਰ ਇਹਨਾਂ ਚੀਜ਼ਾਂ ਤੋਂ ਕਨਵਿੰਸ ਹੈ? ਜਿਹੜੇ ਰਾਹ 'ਤੇ ਤੁਸੀਂ ਤੁਰੇ ਹੋ, ਤੁਹਾਡੇ ਪਿੱਛੇ ਇੱਕ ਵੱਡਾ ਕਾਫਲਾ ਨਾਲ ਜੁੜਦਾ ਜਾ ਰਿਹਾ ਹੈ, ਤੁਹਾਡਾ ਪਰਿਵਾਰ ਵੀ ਤੁਹਾਡੇ ਨਾਲ ਇਸ ਚੀਜ਼ 'ਚ ਪੂਰਾ ਸਹਿਯੋਗ ਦੇ ਰਿਹਾ, ਉਹ ਤੁਹਾਡੇ ਨਾਲ ਹੈ? ਦੇਖੋ, ਅਜੇ ਤੱਕ ਤਾਂ ਉਹਨਾਂ ਦਾ ਪੂਰਾ ਸਹਿਯੋਗ ਹੈ। ਪਰਿਵਾਰ ਅੰਮ੍ਰਿਤਧਾਰੀ ਹੈ ਸ਼ੁਰੂ ਤੋਂ ਹੀ, ਗੁਰਸਿੱਖ ਨੇ, ਅਤੇ ਇਸ ਇਲਾਕੇ ਦੇ ਵਿੱਚ ਸੰਘਰਸ਼ੀ ਇਲਾਕਾ ਹੋਣ ਦਾ ਕਰਕੇ ਇੱਥੇ ਖਾੜਕੂਵਾਦ ਦਾ ਪੂਰਾ ਜ਼ੋਰ ਰਿਹਾ ਹੈ। ਸੋ ਇੱਥੋਂ ਦੇ ਸਾਰੇ ਹੀ ਲੋਕ ਜਿਹੜੇ ਨੇ ਇਹਨਾਂ ਗੱਲਾਂ ਨੂੰ ਬਹੁਤਾ ਤੈਬੂ ਨਹੀਂ ਸਮਝਦੇ। ਇੱਥੇ ਇਹ ਗੱਲਾਂ ਬੜੀਆਂ ਆਮ ਨੇ ਵੀ ਸਿਰ ਦੇਣਾ ਜਿਹੜਾ ਜ਼ਰੂਰੀ ਹੈ ਧਰਮ ਦੀ ਖਾਤਰ। ਸੋ ਅੱਜ ਪਰਿਵਾਰ ਵੀ ਸਹਿਯੋਗੀ ਹੈ। ਵੈਸੇ ਸਾਡਾ ਪਰਿਵਾਰ ਜਦੋਂ ਅੰਮ੍ਰਿਤ ਛਕ ਲਈਏ ਫਿਰ ਪੰਥ ਪਰਿਵਾਰ ਬਣ ਜਾਂਦਾ ਵੱਡੇ ਰੂਪ ਦੇ ਵਿੱਚ, ਅਤੇ ਮਾਤਾ ਪਿਤਾ ਗੁਰੂ ਸਾਹਿਬ ਨੇ। ਸੋ ਉਹਦੇ ਮਸਲੇ 'ਚ ਜੇ ਪਰਿਵਾਰ ਵੀ ਕਿਤੇ ਕੱਲ੍ਹ ਨੂੰ ਲੱਗੇ ਵੀ ਉਹਨਾਂ ਨੂੰ, ਫਿਰ ਅਸੀਂ ਉਹਨਾਂ ਨੂੰ ਵੀ ਫਤਿਹ ਬੁਲਾ ਦਿਆਂਗੇ, ਕਿਉਂਕਿ ਹੁਣ ਜਿਹੜਾ ਮਕਸਦ ਜੀਵਨ ਦਾ ਉਹ ਇਕੱਲੇ ਆਪਣੇ ਨਿੱਜੀ ਪਰਿਵਾਰ ਤੱਕ ਸੀਮਿਤ ਨਹੀਂ, ਪੰਥਕ ਰੂਪ ਜਿਹੜਾ ਪਰਿਵਾਰ ਹੈ ਉਹਦੇ ਤੱਕ ਸੀਮਿਤ। ਦੇਖੋ, ਮਹਾਰਾਜ ਸੱਚੇ ਪਾਤਸ਼ਾਹ ਦੇ ਹੱਥ ਵੱਸ ਹੁੰਦਾ ਹੈ। ਜਦੋਂ ਕੇਸ ਕਤਲ ਕਰਾਉਣੇ ਸੀ ਉਦੋਂ ਵੀ ਤਰਕ ਕਤਰਕ ਕਰਕੇ 100 ਬਹਾਨੇ ਖੋਜੇ। ਪਰਿਵਾਰ ਮੇਰਾ ਇਸ ਗੱਲ ਦੇ ਬਹੁਤ ਖਿਲਾਫ ਸੀ ਉਸ ਮੌਕੇ ਦੇ ਉੱਤੇ, ਪਰ ਮੈਂ ਬੜੇ ਬਹਾਨੇ ਲੱਭ ਲਏ ਵੀ ਕਿਉਂ ਜ਼ਰੂਰੀ ਹੈ, ਕੇਸਾਂ ਦੀ ਕੋਈ ਮਹੱਤਤਾ ਨਹੀਂ। ਉਹ ਇੱਕ ਉਮਰ ਹੁੰਦੀ ਹੈ, ਉਸ ਉਮਰ ਦੇ ਪੜਾਅ ਦੇ ਵਿੱਚ ਭਟਕਣਾ ਹੁੰਦੀ ਹੈ ਹਰ ਨੌਜਵਾਨ ਦੀ। ਇੱਕ ਇੱਥੇ ਮਾਹੌਲ ਇੱਦਾਂ ਦਾ ਹੈ ਵੀ ਕੇਸਾਂ ਦੀ ਮਹੱਤਤਾ ਬਾਰੇ, ਸਿੱਖੀ ਬਾਰੇ, ਪ੍ਰਚਾਰ ਪ੍ਰਸਾਰ ਬਾਰੇ ਸਾਡੇ ਲੋਕਾਂ 'ਚ ਆਪਣੀ ਪਛਾਣ ਦੇ ਪ੍ਰਤੀ ਇੱਕ ਹੀਣਤਾ ਆ ਗਈ। ਇਨਫੀਰੀਟੀ ਦਾ ਕੰਪਲੈਕਸ ਹੈ ਵੀ ਨੌਜਵਾਨਾਂ ਦੇ ਵਿੱਚ। ਸੋ ਜਦੋਂ ਹੀ ਜਵਾਨੀ 'ਚੋਂ ਪੈਰ ਧਰਦੇ ਨੇ ਅਤੇ ਉਹ ਕੇਸ ਕਤਲ ਕਰਾ ਦਿੰਦੇ। ਅਸੀਂ ਵੀ ਇਸ ਗੱਲ ਦਾ ਸ਼ਿਕਾਰ ਹੋਏ ਹਾਂ, ਪਰ ਗੁਰੂ ਸਾਹਿਬ ਨੇ ਕਿਰਪਾ ਕੀਤੀ। ਜਦੋਂ ਬਾਅਦ 'ਚ ਅਸੀਂ ਬਾਹਰ ਗਏ ਅਤੇ ਉੱਥੇ ਜਦੋਂ ਆਪਣੀ ਪਛਾਣ ਦੇ ਪ੍ਰਤੀ ਜਿਹੜੀ ਇੱਕ ਖਿੱਚ ਹੈ ਪੰਜਾਬ ਦੇ ਪ੍ਰਤੀ ਉਹ ਜਾਗੀ, ਫਿਰ ਉਹਦੇ ਨਾਲ ਧਰਮ ਦੇ ਪਾਸੇ ਵੱਲ ਜਿਹੜਾ ਝੁਕਾਅ ਬਚਪਨ ਤੋਂ ਹੀ ਸੀ ਉਹ ਫਿਰ ਮੁੜ ਜਾਗਿਆ। ਅਤੇ ਉਹ ਹੌਲੀ ਹੌਲੀ ਜਿਵੇਂ ਜਿਵੇਂ ਸੰਘਰਸ਼ ਅੱਗੇ ਵਧਿਆ ਉਸ ਤਰੀਕੇ ਨਾਲ ਫਿਰ ਇਸ ਪਾਸੇ ਨੂੰ ਜਿਹੜਾ ਮੋੜਾ ਪੈ ਗਿਆ। ਕੋਈ ਇੱਕ ਦਿਨ ਐਸਾ ਨਹੀਂ, ਕੋਈ ਘਟਨਾ ਐਸੀ ਨਹੀਂ
ਵੀ ਜਿਹੜੀ ਕੋਈ ਇਮੀਡੀਏਟ ਚੇਂਜ ਹੋਇਆ ਹੋਵੇ। ਇਹ ਮਤਲਬ ਪਹਿਲਾਂ ਹੀ ਸਿੱਖੀ ਦਾ ਪ੍ਰਭਾਵ ਪ੍ਰਸਾਰ ਸੀ ਪਰਿਵਾਰ ਦੇ ਵਿੱਚ ਵੀ ਤੇ ਮੇਰੇ 'ਤੇ ਵੀ, ਤੇ ਜਦੋਂ ਭਟਕੇ ਵੀ ਆ ਉਦੋਂ ਵੀ ਇਹ ਨਹੀਂ ਹੋਇਆ ਵੀ ਧਰਮ ਤੋਂ ਬਾਗੀ ਹੋਏ ਹੋਵਾਂਗੇ। ਕੇਸ ਕਤਲ ਕਰਾਏ ਨੇ ਪਰ ਸ਼ਹੀਦਾਂ ਦਾ ਸਤਿਕਾਰ, ਗੁਰੂ ਸਾਹਿਬ ਦਾ ਸਤਿਕਾਰ ਕਦੇ ਵੀ ਦਿਲ 'ਚੋਂ ਨਹੀਂ ਗਵਾਇਆ। ਉਹ ਗੁਰਦੁਆਰੇ ਸਾਹਿਬ ਦੀ ਜਿਹੜੀ ਮਹਿਮਾ ਹੈ ਉਹ ਹਮੇਸ਼ਾ ਹੀ ਰੱਖੀ ਹੈ, ਇਸੇ ਕਰਕੇ ਗੁਰੂ ਸਾਹਿਬ ਨੇ ਬਖਸ਼ਿਸ਼ ਕਰਕੇ ਇਸ ਪਾਸੇ ਲਿਆਂਦਾ। आरोप है कि अमृतपाल खालिस्तानी मूवमेंट को हवा दे रहा है। एक भाषण में वो खुद को भिंडरावाले से प्रेरित बता चुका है। ਦੇਖੋ ਖਾਲਿਸਤਾਨ ਦੀ ਡੈਫੀਨੇਸ਼ਨ ਸਾਡੀ ਤੇ ਖਾਲਸੇ ਰਾਜ ਤੋਂ ਹੀ ਹੈ। ਜਿਹੜਾ ਰਾਜ ਜਦੋਂ ਕਲੋਨੀਜ਼ ਉੱਠੀਆਂ ਨੇ ਇੱਥੋਂ ਅੰਗਰੇਜ਼ਾਂ ਨੇ ਚੱਕੀਆਂ ਨੇ, ਉਹਨਾਂ ਸਾਰਿਆਂ ਨੂੰ ਆਪਣੇ ਰਾਜ ਵਾਪਸ ਕੀਤੇ ਨੇ। ਅਰਬ ਦੇ ਵਿੱਚ ਡੈਮੋਕ੍ਰੇਸੀ ਵੀ ਨਹੀਂ ਆਈ ਉੱਥੇ, ਤੇ ਉਹ ਜਿੱਦਾਂ ਡਿਕਟੇਟਰਸ਼ਿਪ ਸੀ ਉੱਦਾਂ ਹੀ ਦੇ ਕੇ ਚਲੇ ਗਏ, ਰਾਜਾਸ਼ਾਹੀ ਜਿਹੜਾ ਤੰਤਰ ਸੀ। ਇੱਥੇ ਸਾਡਾ ਰਾਜ ਉਹਨਾਂ ਨੇ ਪਿਆ, ਸਾਡਾ ਮਹਾਰਾਜਾ ਉਹਨਾਂ ਨੇ ਉੱਥੇ ਖੜ ਕੇ ਸਾਈ ਬਣਾਇਆ, ਜਿਹਨੂੰ ਉਹਨੇ ਪ੍ਰੋਮਿਸ ਕੀਤਾ ਵੀ ਜਦੋਂ ਇਹ ਜਵਾਨ ਹੋਊਗਾ ਇਹਨੂੰ ਰਾਜ ਵਾਪਸ ਕਰ ਦੇਵਾਂਗੇ। ਉਹੋ ਹੀ ਰਾਜ ਅਸੀਂ ਵਾਪਸ ਮੰਗਦੇ ਹਾਂ, ਸਾਡਾ ਰਾਈਟ ਹੈ। ਜੇ ਮਾਡਰਨਿਟੀ ਦੇ ਵਿੱਚ ਆਣ ਕੇ ਨੇਸ਼ਨ ਦੇ ਕਨਸੈਪਟ ਬਣੇ, ਸਾਰਾ ਕੁਝ ਹੋ ਗਿਆ, ਪਰ ਉਹ ਮਾਡਰਨਿਟੀ ਤੋਂ ਪਹਿਲਾਂ, ਬਿਲਕੁਲ ਪਹਿਲਾਂ ਜਿਹੜੇ ਰਾਜ ਸੀ ਉਹਨਾਂ ਦੇ ਉੱਤੇ ਹੀ ਚੇਂਜਸ ਆਏ ਨਾ। ਹਿੰਦੁਸਤਾਨ ਦੀ ਤਾਂ ਕੋਈ ਐਸਟੈਬਲਿਸ਼ਮੈਂਟ ਹੈ ਨਹੀਂ ਸੀ। ਸੋ ਅਸੀਂ ਤਾਂ ਉਹੋ ਹੀ ਰਾਜ ਮੰਗਦੇ ਹਾਂ ਜਿਹੜਾ ਰਾਜ ਪੰਜਾਬ 'ਤੇ ਸੀਗਾ, ਔਰ ਉਸ ਰਾਜ ਦੇ ਵਿੱਚ ਨਾ ਹਿੰਦੂ ਔਖਾ ਸੀ ਨਾ ਮੁਸਲਮਾਨ ਔਖਾ ਸੀ। ਇਹ ਆਪਣੇ ਜਦੋਂ ਗਵਰਨਮੈਂਟ ਬਾਡੀਜ਼ ਆਫੀਸ਼ੀਅਲਸ ਆਪ ਸੈਲੀਬ੍ਰੇਟ ਕਰਦੇ ਆ ਸਾਰੇ ਹੀ, ਪ੍ਰਧਾਨ ਮੰਤਰੀ ਤੱਕ ਮਹਾਰਾਜਾ ਰਣਜੀਤ ਸਿੰਘ ਨੂੰ ਸੈਲੀਬ੍ਰੇਟ ਕਰਦਾ ਹੈ। ਫਿਰ ਮੇਰਾ ਸਵਾਲ ਤੇ ਆ ਵੀ ਜੇ ਉਹਨੂੰ ਸੈਲੀਬ੍ਰੇਟ ਕੀਤਾ ਜਾ ਸਕਦਾ ਉਹਦੇ ਰਾਜ ਨੂੰ, ਔਰ ਦੁਨੀਆ ਭਰ ਦੇ ਜਿਹੜੇ ਵੱਡੇ ਅਦਾਰੇ ਨੇ, ਜਿਹੜੇ 5-5 ਹਜ਼ਾਰ ਸਕਾਲਰਸ ਇਕੱਠੇ ਹੋ ਕੇ ਕਹਿ ਦੇਣ ਵੀ ਜਿਹੜੇ ਆ ਇੰਟੈਲੈਕਚੁਅਲਸ ਵੀ ਇਹ ਰਾਜ ਦੁਨੀਆ ਸਭ ਤੋਂ ਵਧੀਆ ਰਾਜ ਹੈ, ਫਿਰ ਉਹਨੂੰ ਵਾਪਸ ਮੰਗਣ ਨੂੰ ਇਹਦਾ ਟੈਬੂ ਬਣਾਉਣਾ ਕਿਉਂ ਜਾਂਦਾ? ਔਰ ਦੁਨੀਆ ਦੇ ਉੱਤੇ ਕੋਈ ਮੁਲਕ ਸੀਕਰਟ ਹੁੰਦਾ? ਕੋਈ ਮੁਲਕ ਸੀਕਰਟ ਨਹੀਂ ਹੈਗਾ। ਈਵਨ ਦੋ ਖਾਲਿਸਤਾਨ ਵੀ ਸੀਕਰਟ ਨਹੀਂ। ਕੰਟਰੀ ਆਪਾਂ ਇੱਕ ਲੈਂਡ ਦੇ ਜਿਹੜੇ ਬਾਰਡਰਸ ਡਿਫਾਈਨ ਕੀਤੇ, ਇਹਦੀ ਸੀਕਰਟਨੈਸ ਕਾਹਦੀ ਹੈ? ਜੇ ਸੀਕਰਟ ਸੀ ਤੇ ਜਿੱਦਣ ਚੀਨ ਨੇ ਇਲਾਕਾ ਦੱਬਿਆ ਤਾਂ ਆਪਾਂ ਨੂੰ ਸਾਰਿਆਂ ਨੂੰ ਮਰ ਜਾਣਾ ਚਾਹੀਦਾ ਉਹਦੇ ਨਾਲ। ਸੀਕਰਟਨੈਸ ਤੇ ਇਦਾਂ ਡਿਫੈਂਡ ਹੁੰਦੀ ਹੈ ਨਾ। ਇਹ ਤੇ ਫਿਰ ਚੱਲਦਾ ਪਾਵਰ ਦੇ ਉੱਤੇ, ਜਿੰਨੀ ਆ ਗਈ ਛੱਡਿਆ ਗਿਆ। ਸਿੱਖਾਂ ਨੇ ਵੀ ਰਾਜ ਇਦਾਂ ਹੀ ਕੀਤਾ, ਪਹਿਲਾਂ ਲਾਹੌਰ ਤੇ ਕੀਤਾ, ਫਿਰ ਐਕਸਪੈਂਡ ਕਰਤੇ ਗਏ, ਫਿਰ ਕਿਸੇ ਇਲਾਕੇ 'ਚੋਂ ਛੱਡਿਆ ਵੀ ਹੋਊ, ਕਿਸੇ 'ਚ ਐਕਸਪੈਂਡ ਕੀਤਾ। ਰਾਜ ਦੁਨੀਆ ਦੇ ਉੱਤੇ ਦੁਨਿਆਵੀ ਚੀਜ਼ ਹੈ, ਇਹਨੂੰ ਮੰਗਣ ਦੇ ਉੱਤੇ ਐਡਾ ਵੱਡਾ ਮਸਲਾ ਨਹੀਂ ਬਣਾਉਣਾ ਚਾਹੀਦਾ ਵੀ ਕੋਈ ਕਹਿੰਦਾ ਰੱਬ ਨੂੰ ਸਵਾਲ ਕਰ ਦਿੱਤਾ ਹੈ। ਇਹ ਹੋਣਾ ਚਾਹੀਦਾ, ਇਹਦੀ ਡਿਸਕਸ਼ਨ ਹੋਣੀ ਚਾਹੀਦੀ। ਪੰਜਾਬ 'ਚ, ਭਾਰਤ 'ਚ ਇੱਕ ਕਿੰਨਾ ਵੱਡਾ ਮਸਲਾ ਹੈ ਖਾਲਿਸਤਾਨ। ਇਹ ਕਦੋਂ ਦੀ ਗੱਲ ਚੱਲਦੀ ਰਹੀ? ਪੰਜਾਬ ਦੇ ਵਿੱਚ 1934 ਦੇ ਵਿੱਚ ਮਤਾਇਆ ਸੀ ਖਾਲਿਸਤਾਨ ਦਾ ਪਹਿਲਾਂ, ਫਿਰ 1949 ਦੇ ਵਿੱਚ ਵੀ ਗੱਲ ਚੱਲੀ ਹੈ ਸਿੱਖ ਹੋਮਲੈਂਡ ਦੀ, ਨਹੀਂ ਖਾਲਿਸਤਾਨ ਸ਼ਬਦ ਦੀ ਗੱਲ ਚੱਲੀ ਹੈ। ਫਿਰ 1984 ਦੇ ਵਿੱਚ ਤੇ ਚਲੋ ਲਕੀਰ ਹੀ ਖਿੱਚੀ ਗਈ ਸਾਰੇ ਪਾਸਿਓਂ। ਹੁਣ ਇਹ ਮਸਲਾ ਹੈ ਵੀ ਇਹ ਵੀ ਦੇਖੋ ਸਿੱਖਾਂ ਨਾਲ ਵਾਪਰਦਾ ਹੈ। ਇੱਕ ਪਾਸੇ ਹਿੰਦੂ ਰਾਸ਼ਟਰ ਦੀ ਗੱਲ ਚੱਲਦੀ ਹੈ, ਤੁਸੀਂ ਮੈਨੂੰ ਇੱਕ ਦਿਖਾ ਦਿਓ ਵੀ ਇੱਕ ਬੰਦੇ ਤੇ ਕੋਈ ਜਵਾਬਾ ਟਾਡਾ ਲੱਗ ਗਿਆ ਵੀ ਹਿੰਦੂ ਰਾਸ਼ਟਰ ਦੀ ਗੱਲ ਕਰਨ ਦੇ, ਰੈਲੀ ਕੱਢਣ ਲੱਗਿਆ ਹੈ, ਸਿੱਖਾਂ ਦੇ ਉੱਤੇ ਕੋਈ ਗੱਲ ਚੱਲਦੀ ਹੈ? ਜਿਹੜੇ ਕਾਮਰੇਡ ਨੇ ਉਹ ਕਹਿੰਦੇ ਨੇ ਇਨਕਲਾਬ ਲਿਆਉਣਾ, ਨਾਰਾ ਦੇ ਇਨਕਲਾਬ ਦਾ ਮਾਰਕਸਿਸਟ ਰੂਲ ਖੜਾ ਕਰਨ ਨੂੰ ਹੀ ਹੈ ਨਾ। ਉਹ ਵੀ ਤੇ ਇੱਕ ਰਾਜ ਦੀ ਗੱਲ ਕਰ ਰਹੇ ਨੇ ਵੀ ਅਸੀਂ ਇਹ ਸਮਰਾਜਵਾਦ ਲੈ ਕੇ। पंजाबी अभिनेता और कार्यकर्ता दीप सिद्धू ने सितंबर 2021 में वारिस पंजाब डे संगठन की स्थापना की थी। इसका मकसद उसने बताया युवाओं को सिख पंथ के इस रास्ते पर लाना और पंजाब को जगाना। इस संगठन के एक मकसद पर विवाद है और वो है पंजाब की आज़ादी के लिए लड़ाई। दीप सिद्धू 26 जनवरी 2021 को लाल किले पर खालसा पंथ का झंडा फहराने को लेकर सुर्खियों में आए थे। ये किसान आंदोलन के समय की बात है। फिर 15 फरवरी 2022 को एक सड़क हादसे में उनकी मौत हो गई। सितंबर 2022 में अमृतपाल सिंह वारिस पंजाब डे का प्रमुख बनाया गया। ये कमान उसे जरनैल सिंह भिंडरावाले के गांव रोडे में सौंपी गई थी। देखो दीप सिद्धू ਬਾਈ ਨਾਲ ਵੀਰ ਨਾਲ ਮੇਰਾ ਕੰਟਰੈਕਟ ਜਿਹੜਾ ਸੀ ਉਹ ਇੱਕ ਦੋ ਵਾਰ ਸ਼ੰਭੂ ਮੋਰਚੇ ਤੇ ਹੋਇਆ ਸੀ, ਪਰ ਬਹੁਤਾ ਜਿਹੜਾ ਸੀ ਉਹ ਕਿਸਾਨੀ ਮੋਰਚੇ ਦੇ ਬਾਅਦ 'ਚ ਹੋਇਆ ਸੀ। ਸ਼ੰਭੂ ਮੋਰਚੇ ਤੋਂ ਕਦੋਂ, ਕਿਸ ਵਕਤ? ਜਦੋਂ ਉਹਨਾਂ ਨੇ ਸ਼ੰਭੂ ਮੋਰਚਾ ਲਾਇਆ ਸੀ ਪਹਿਲਾਂ ਇੱਥੇ ਸ਼ੰਭੂ ਦੇ ਉੱਤੇ। ਕਿਸਾਨੀ ਮੋਰਚੇ ਦੇ ਸ਼ੁਰੂ ਹੋਣ ਤੋਂ ਪਹਿਲਾਂ ਇੱਕ ਸ਼ੰਭੂ ਤੇ ਮੋਰਚਾ ਲੱਗਾ ਸੀ। ਤੁਸੀਂ ਉਦੋਂ ਫੋਨ ਤੇ ਕੰਟੈਕਟ ਹੋਇਆ? ਇੱਕ ਦੋ ਵਾਰ, ਜ਼ਿਆਦਾ ਨਹੀਂ, ਉਦੋਂ ਕੋਈ ਬਹੁਤ ਜ਼ਿਆਦਾ ਕੰਟੈਕਟ ਨਹੀਂ ਸੀ। ਉਸ ਤੋਂ ਬਾਅਦ 'ਚ ਜਿਹੜਾ ਸੀ ਜਦੋਂ ਕਿਸਾਨੀ ਮੋਰਚੇ ਦੇ ਵਿੱਚ ਵੀ ਕੋਈ ਬਹੁਤਾ ਸੰਪਰਕ ਨਹੀਂ ਸੀ ਵੀ, ਪਰ ਜਦੋਂ ਦੀਪ ਬਾਈ ਜੇਲ੍ਹ 'ਚ ਜਾਂਦੇ ਨੇ ਉਸ ਤੋਂ ਬਾਅਦ 'ਚ ਸਾਡਾ ਕਾਫੀ, ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਫਿਰ ਅਸੀਂ ਜਿਹੜਾ ਸੰਪਰਕ ਹੋਇਆ। ਫਿਰ ਉਸ ਤੋਂ ਬਾਅਦ 'ਚ ਜਿਹੜੀ ਜਥੇਬੰਦੀ ਪਹਿਲਾਂ ਹੀ ਬਣੀ ਸੀ ਵਾਰਿਸ ਪੰਜਾਬ ਦੇ, ਪਰ ਉਹਦੇ 'ਚ ਕਾਫੀ ਚੇਂਜਸ ਕਰਨ ਵਾਲੇ ਸੀ। ਉਹਦਾ ਇੱਕ ਪੂਰਾ ਸਟਰਕਚਰ ਜਿਹੜਾ ਸੀ ਉਹ ਇੱਕ ਜਿਹੜਾ ਨਾ ਉਹ ਸਿੱਖ ਜਥੇਬੰਦੀ ਦੇ ਰੂਪ 'ਚ ਨਹੀਂ ਸੀ ਹੈਗਾ ਪਹਿਲਾਂ, ਤੇ ਉਹਨੂੰ ਫਿਰ ਸਿੱਖ ਫੈਡਰਲਿਜ਼ਮ ਦੀ ਗੱਲ ਸੀ ਉਹਦੇ 'ਚ, ਪਰ ਉਹਨੂੰ ਫਿਰ ਪੂਰਨ ਸੋਵਰਨਟੀ ਦੇ ਮੁੱਦੇ ਤੇ ਜਿਹੜਾ ਦੋਹਰੇ ਡਰਾਫਟ ਕਰਨਾ, ਸਮਾਜਿਕ ਢਾਂਚੇ ਨੂੰ ਬਦਲਣ ਦੀ ਗੱਲ ਕਰਨੀ, ਉਹਦਾ ਜਿਹੜਾ ਪ੍ਰੋਪਰ ਡਰਾਫਟ ਤਿਆਰ ਹੋਇਆ, ਜਿਹੜੀ ਪ੍ਰੈਸ ਕਾਨਫਰੰਸ ਹੋਈ ਆ 29 ਸਤੰਬਰ ਨੂੰ 2021 ਨੂੰ ਜਥੇਬੰਦੀ ਦੀ ਅਨਾਉਂਸਮੈਂਟ ਦੀ, ਉਹਦੇ ਵਿੱਚ ਅਸੀਂ ਇਹ ਮਿਲ ਕੇ ਕੰਮ ਕੀਤਾ, ਚਾਹੇ ਕਾਲਸ ਦੇ ਉੱਤੇ ਜਾਂ ਕਾਨਫਰੰਸ ਦੇ ਉੱਤੇ।
ਤੇ ਉਹ ਫਿਰ ਸਾਡਾ ਸੰਬੰਧ ਕਾਫੀ ਵਧੀਆ ਰਿਹਾ, ਨੇੜਤਾ ਵਾਲਾ ਰਿਹਾ। ਫਿਰ ਉਸ ਤੋਂ ਬਾਅਦ 'ਚ ਨਿੱਜੀ ਵੀ ਸੰਬੰਧ ਕਾਇਮ ਹੋਇਆ, ਕਿਉਂਕਿ ਜਦੋਂ ਆਪਾਂ ਬਹੁਤ ਲੰਮਾ ਸਮਾਂ ਘੰਟਿਆਂ ਬੱਧੀ ਗੱਲਾਂ ਬਾਤਾਂ ਕਰਦੇ ਹਾਂ ਤੇ ਇੱਕ ਨਿੱਜੀ ਜਿਹੜਾ ਮੋਹ ਦਾ ਰਿਸ਼ਤਾ ਵੀ ਬਣਦਾ ਹੈ। ਸੋ ਬੜਾ ਵਧੀਆ ਜਿਹੜਾ ਸੰਬੰਧ ਸੀ ਉਹ ਰਿਹਾ। ਯਾਨੀ ਦੀਪ ਸਿੱਧੂ ਦੀ ਪਰਸਨੈਲਿਟੀ ਨੇ ਤੁਹਾਨੂੰ ਬਹੁਤ ਪ੍ਰਭਾਵਿਤ ਕੀਤਾ, ਉਹਨਾਂ ਦੇ ਵਿਚਾਰਾਂ ਨਾਲ ਤੁਸੀਂ ਕਾਫੀ ਮੇਲ ਖਾਂਦੇ ਸੀ, ਤੁਹਾਡੇ ਦੋਵਾਂ ਦੇ ਵਿਚਾਰ ਆਪਸ 'ਚ ਵਿਚਾਰ ਵੀ ਮੇਲ ਖਾਂਦੇ ਸੀ ਤੇ ਵੈਸੇ ਵੀ ਜਿਹੜਾ ਸੀ ਉਹਦੇ ਅੰਦਰ ਇੱਕ ਖਿੱਚ ਹੈ ਵੀ ਜਿਹੜੀ ਹਰ ਇੱਕ ਬੰਦੇ ਨੂੰ ਪ੍ਰੇਰਦੀ ਹੈ ਵੀ ਆਪਾਂ ਕੁਛ ਨਾ ਕੁਛ ਕਰੀਏ ਆਪਣੇ ਲੋਕਾਂ ਖਾਤਰ, ਆਪਣੇ ਧਰਮ ਦੀ ਖਾਤਰ। ਤੇ ਜਿਵੇਂ ਉਹਨੇ ਆਪਣਾ ਸੁੱਖ ਆਰਾਮ ਛੱਡਿਆ, ਉਸੇ ਗੱਲ ਨੇ ਸਾਨੂੰ ਵੀ ਪ੍ਰੇਰਿਆ। ਸੋ ਇਹ ਹੈ ਵੀ ਉਸ ਤੋਂ ਬਾਅਦ ਜਦੋਂ ਉਹਨਾਂ ਦੀ ਸ਼ਹਾਦਤ ਹੁੰਦੀ ਹੈ ਤੇ ਫਿਰ ਇਹ ਅੱਗੇ ਉਸੇ ਵੇਲੇ ਸਵਾਲ ਖੜਾ ਹੋ ਜਾਂਦਾ, ਕਿਉਂਕਿ ਵਕਤ ਰੁਕਦਾ ਨਹੀਂ, ਨਾ ਸੰਘਰਸ਼ ਰੁਕਦੇ ਹੁੰਦੇ ਆ ਤੇ ਜਿਹਨੇ ਸੇਵਾ ਜਿਹੜੀ ਕਰਨੀ ਉਹ ਕਰਕੇ ਤੁਰ ਜਾਂਦਾ। ਉਸ ਤੋਂ ਬਾਅਦ ਇੱਕ ਬਹੁਤ ਵੱਡਾ ਖਲਾਅ ਆ ਗਿਆ ਇਮੀਡੀਏਟਲੀ। ਉਸ ਦੇ ਵਿੱਚ ਅਸੀਂ ਕਾਫੀ ਕੋਸ਼ਿਸ਼ ਕੀਤੀ ਤੇ ਜਿਹੜੇ ਸਿੰਘ ਤੇ ਵੀ ਸਹਿਮਤੀ ਬਣਦੀ ਸੀ, ਕੁਛ ਨਾ ਕੁਛ ਸਹਿਮਤੀ ਬਣ ਜਾਂਦੀ ਸੀ ਵੀ ਜਿਹਨੂੰ ਸੇਵਾ ਦੇਣ ਦੀ ਗੱਲ ਬਣਦੀ ਸੀ। ਕੋਈ ਸਿੰਘ ਆਪ ਕਹਿੰਦਾ ਸੀ ਵੀ ਮੈਂ ਨਹੀਂ ਕਰ ਸਕਦਾ, ਤੇ ਫਿਰ ਅਖੀਰ ਨੂੰ ਇਹਨਾਂ ਨੇ ਆਪਣਾ ਸਰਬਸੰਮਤੀ ਕਰਕੇ ਆਪਣੀ ਜਥੇਬੰਦੀ ਦੇ ਸਿੰਘਾਂ ਨੇ ਤੇ ਮੇਰਾ ਨਾਂ ਜਿਹੜਾ ਸੀ ਅੱਗੇ ਲੈਣ ਦਾ। ਤੇ ਫਿਰ ਮੈਨੂੰ ਇਹ ਸੀ ਵੀ ਮੈਂ ਇਹਨਾਂ ਨੂੰ ਕਿਹਾ ਸੀ ਵੀ ਮੈਂ ਇਮੀਡੀਏਟਲੀ ਤੇ ਪੰਜਾਬ ਨਹੀਂ ਆ ਸਕਦਾ, ਤੇ ਪਰ ਜਦੋਂ ਫਿਰ ਕੀ ਨਾਂ ਲਈਦਾ, ਜਦੋਂ ਇਹਨਾਂ ਮੇਰਾ ਨਾਂ ਕੀਤਾ ਫਿਰ ਬਾਹਰੋਂ ਕੰਮ ਕਰਨਾ ਸ਼ੁਰੂ ਕੀਤਾ, ਫਿਰ ਪੱਕੇ ਤੌਰ ਤੇ ਸਮੇਟ ਕੇ ਸਾਰਾ ਕੁਝ ਤੇ ਮੈਂ ਪੰਜਾਬ आया अगस्त में। अमृतपाल सिंह ना तो किसान आंदोलन के समय, ना ही वारिस पंजाब डे की घोषणा के समय और ना ही फरवरी 2022 में दीप सिद्धू की मौत के समय भारत आया था। जाहिर तौर पर अमृतपाल और दीप सिद्धू की मुलाकात नहीं हुई। इसके मुताबिक दोनों की फ़ोन पर ही बातचीत हुई। देखो साडी बहुती गलबात पंथक मसलियां ते हुई है, पंजाब दे उत्ते की कुछ वापर रहा है ਉਸ ਨੂੰ ਲੈ ਕੇ ਪੰਜਾਬ ਦੀਆਂ ਦੂਜੀਆਂ ਧਿਰਾਂ ਕੀ ਕਰ ਰਹੀਆਂ, ਕਿਵੇਂ ਕੰਮ ਕਰ ਰਹੀਆਂ। ਕੁਛ ਤਰ੍ਹਾਂ ਨੇ ਉਹਦੇ ਤੇ ਕਾਫੀ ਬਹੁਤ ਅਟੈਕ ਵੀ ਕੀਤੇ, ਪੰਥਕ ਹੀ ਤਰ੍ਹਾਂ ਸਨ। ਇਹ ਨਹੀਂ ਵੀ ਉਹਨਾਂ ਦੇ ਉਹ ਕਿਰਦਾਰ ਨੇ ਧਿਰਾਂ, ਪਰ ਉਹ ਸਮਝਣ 'ਚ ਗਲਤੀ ਕਰ ਗਏ, ਕਤਾਈ ਕਰ ਗਏ ਉਹਨੂੰ, ਤੇ ਹਰ ਇੱਕ ਨੂੰ ਲੱਗਦਾ ਸੀ ਵੀ ਉਹ ਬੰਦਾ ਕਿਸੇ ਦਾ ਚਲਾਇਆ ਚੱਲ ਰਿਹਾ। ਸੋ ਇਹੋ ਜਿਹੀਆਂ ਗੱਲਾਂ ਹੀ ਸਾਡੀ ਡਿਸਕਸ਼ਨ ਹੁੰਦੀ ਸੀ। ਫਿਰ ਅੱਗੇ ਪਲਾਨ ਕੀ ਕਰਨਾ ਚਾਹੀਦਾ, ਉਹਦਾ ਇਹ ਸੀ ਵੀ ਧਰਮ ਪ੍ਰਚਾਰ ਵਾਲੇ ਪਾਸੇ ਆਉਣਾ ਜ਼ਰੂਰੀ ਹੈ, ਧਰਮ ਦਾ ਪ੍ਰਚਾਰ ਜ਼ਰੂਰੀ ਹੈ। ਉਹਨਾਂ ਨੇ ਵੀ ਸੋਚਿਆ ਸੀ ਮੈਂ ਅੰਮ੍ਰਿਤ ਛਕਾਂਗਾ? ਹਾਂ ਸੋਚਿਆ ਸੀ, ਤੇ ਉਹਨਾਂ ਨੇ ਇਹ ਚੀਜ਼ ਨੂੰ ਕਨਫੈਸ ਵੀ ਕੀਤਾ। ਮੇਰੇ ਖਿਆਲ ਨਾਲ ਇੱਕ ਰਿਕਾਰਡਿੰਗ ਵੀ ਆਈ ਸੀ ਮੇਰੇ ਕੋਲ, ਤੇ ਕਾਫੀ ਵਾਰ ਇਹ ਗੱਲ ਦੀ ਵਿਚਾਰ ਹੋਈ ਹੈ। ਪਰ ਉਹਨਾਂ ਦਾ ਇਹ ਸੀ ਵੀ ਉਹ ਇੱਕ ਨਾ ਜਿਹੜੀ ਉਸ ਦੁਨੀਆ 'ਚ ਨਿਕਲ ਕੇ ਇੱਕੋ ਦਮ ਇਸ ਸੰਸਾਰ 'ਚ ਆਉਣ ਨਾਲ ਨਾ ਕਈ ਚੀਜ਼ਾਂ ਤੰਦਾਂ ਜੁੜੀਆਂ ਹੁੰਦੀਆਂ ਨੇ, ਉਹਨਾਂ ਨੂੰ ਤੋੜਨਾ ਐਡਾ ਸੌਖਾ ਨਹੀਂ। ਪਰ ਉਸ ਪਾਸੇ ਬਾਈ ਦੀਪ ਦਾ ਜਿਹੜਾ ਰੁਝਾਨ ਤੇ ਝੁਕਾਅ ਵੀ ਹੋ ਗਿਆ ਸੀ। ਸਮਾਂ ਪਾ ਕੇ ਉਹਨਾਂ ਨੇ ਇਸ ਪਾਸੇ ਤੁਰਨਾ ਹੀ ਸੀ, ਕਿਉਂਕਿ ਜਿਹੜਾ ਮਨੁੱਖ ਨੂੰ ਇਹ ਤ੍ਰਿਸ਼ਨਾ ਲੱਗਦੀ ਉਹ ਪਿੱਛੇ ਨਹੀਂ ਮੁੜ ਸਕਦਾ। ਪਰ ਚਲੋ ਮਹਾਰਾਜ ਸੱਚੇ ਪਾਤਸ਼ਾਹ ਨੇ ਜਿੰਨੀ ਸੇਵਾ ਲੈਣੀ ਹੈ ਉਹੀ ਹੈ। ਪਰ ਅੱਜ ਜਿਹੜੇ ਵੀ ਨੌਜਵਾਨ ਪੰਜਾਬ 'ਚ ਅੰਮ੍ਰਿਤ ਛਕ ਰਹੇ ਨੇ, ਇਹ ਕਿਤੇ ਨਾ ਕਿਤੇ ਉਸ ਦੀ ਤ੍ਰਿਸ਼ਨਾ ਦਾ ਹੀ ਦੇਣ ਆ ਵੀ ਜਿਹੜੀ ਅਰਦਾਸ ਆਪਾਂ ਕੀਤੀ ਹੈ ਉਹਦੀ ਮੜੀ ਤੇ ਖੜ ਕੇ ਸੱਚੇ ਮਨੋਂ ਉਹ ਗੁਰੂ ਸਾਹਿਬ ਉਹਦੀ ਪੂਰਤੀ ਕਰ ਰਹੇ। अमृतपाल सिंह के वारिस पंजाब डे के नेतृत्व को लेकर दीप सिद्धू के कुछ सहयोगी और परिजन ज़्यादा संतुष्ट नहीं हैं। मीडिया में कई बार ये सामने आया कि सिद्धू ने अमृतपाल को सोशल मीडिया पर ब्लॉक तक कर दिया था। ਉਹ ਬੰਦੇ ਜਿਹੜੇ ਸਵਾਲ ਖੜਾ ਕਰ ਰਹੇ ਆ, ਜਦੋਂ ਬਾਈ ਦੀਪ ਜੇਲ੍ਹ 'ਚੋਂ ਬਾਹਰ ਆਇਆ, ਇਹ ਉਹਨਾਂ ਮੀਟਿੰਗਾਂ 'ਚ ਵੀ ਸ਼ਾਮਲ ਹੁੰਦੇ ਰਹੇ ਜਿਹੜੀਆਂ ਜ਼ੂਮ ਤੇ ਹੁੰਦੀਆਂ, ਉਹਨਾਂ 'ਚ ਮੈਂ ਵੀ ਹੁੰਦਾ ਸੀ। ਸਾਰਾ ਕੁਝ ਹੀ ਪਤਾ ਹੈ ਸਾਰਿਆਂ ਨੂੰ। ਮਤਲਬ ਦੀਪ ਸਿੱਧੂ ਦੇ ਭਰਾ ਨੂੰ ਪਤਾ ਸੀ? ਸਾਰਿਆਂ ਨੂੰ ਪਤਾ ਸੀ। ਉਹਨੇ ਤੇ ਹੁਣ ਇਹ ਕੀਤਾ ਵੀ ਹੈ ਕਲੀਅਰ ਵੀ ਮੈਂ ਅਖਬਾਰ ਨੂੰ ਇਹ ਬਿਆਨ ਨਹੀਂ ਦਿੱਤਾ ਵੀ ਸਾਨੂੰ ਪਤਾ ਨਹੀਂ ਸੀ ਵੀ ਇਹਨੂੰ ਕਿਉਂ ਬਣਾ ਦਿੱਤਾ। ਉਹ ਕਿਸੇ ਨੇ ਮਿਸਕੋਟ ਕੀਤਾ ਤੇ ਮਨਦੀਪ ਨੇ ਤੇ ਉਹਨਾਂ ਨੂੰ ਤੁਹਾਡੀ ਪਰਸਨੈਲਿਟੀ ਦੇ ਨਾਲ ਕਿਸੇ ਵੀ ਤਰ੍ਹਾਂ ਦਾ ਕੋਈ ਇਤਰਾਜ਼ ਨਹੀਂ ਹੈ ਦੀਪ ਸਿੱਧੂ ਮੌਕੇ ਦੇ ਤੇ ਉਹ ਕਹਿੰਦੇ ਵੀ ਨਹੀਂ ਸਾਨੂੰ ਹੈਗਾ ਇਤਰਾਜ਼। ਤੁਹਾਡੇ ਮਤਲਬ ਕਨਫੈਸ ਕੀਤਾ ਉਹਨਾਂ ਨੇ ਤੁਹਾਡੇ ਸਾਹਮਣੇ? ਨਹੀਂ, ਮੈਨੂੰ ਉਹਨਾਂ ਨੇ ਜਿੱਦਾਂ ਪੋਸਟ ਵੀ ਪਾਈ ਸੀ ਬਾਅਦ ਜਦੋਂ ਇੱਕ ਅਖਬਾਰ ਨੇ ਖਬਰ ਲਾਤੀ ਸੀ ਵੀ ਇਹ ਗਲਤ ਰਾਹ ਤੇ ਦੀਪ ਦੀ ਸੋਚ ਇਹ ਨਹੀਂ ਸੀ, ਹੈ ਨਾ। ਉਸ ਤੋਂ ਬਾਅਦ 'ਚ ਉਹਨਾਂ ਨੇ ਅਸੀਂ ਇਹ ਪੁੱਛਿਆ ਵੀ ਪੱਤਰਕਾਰ ਨੂੰ ਕੀਤਾ ਵੀ ਤੂੰ ਕਿਉਂ ਖਬਰ ਲਾਈ ਹੈ, ਜਦੋਂ ਨਾ ਉਹ ਫਿਰ ਉਸ ਚੱਕਰ 'ਚ ਬਾਅਦ ਪਤਾ ਲੱਗਾ ਵੀ ਉਹ ਖਬਰ ਇਹਨਾਂ ਨੇ ਨਹੀਂ ਕੋਈ ਗੱਲ ਕੀਤੀ, ਉਹ ਕਿਸੇ ਹੋਰ ਨੇ ਗੱਲ ਕੀਤੀ ਤੇ ਮਨਦੀਪ ਦੇ ਨਾਂ ਤੇ ਖਬਰ ਛਾਪੀ ਗਈ ਹੈ। अब सुनिए 23 फरवरी की घटना के बाद खालिस्तान को लेकर अमृतपाल ने क्या कहा। ਇੰਨੀ ਸਪਰੈਸ਼ਨ ਦੇ ਵਿੱਚ ਲੋਕਾਂ ਕੋਲ ਵਾਇਲੈਂਸ ਤੋਂ ਬਿਨਾਂ ਰਾਹ ਕੋਈ ਨਹੀਂ ਬਚਦਾ, ਔਰ ਉਹ ਵਾਇਲੈਂਸ ਬੜੀ ਪਵਿੱਤਰ ਹੁੰਦੀ ਹੈ। ਸਾਡੇ ਝੰਡੇ ਲਾਉਣ ਤੇ ਪਾਬੰਦੀਆਂ, ਸਾਡੇ ਨਾਂ ਲੈਣ ਤੇ ਪਾਬੰਦੀਆਂ, ਸਾਡੇ ਜਿੰਦਾਬਾਦ ਕਹਿਣ ਤੇ ਪਾਬੰਦੀਆਂ, ਸਾਨੂੰ ਜੇਲ੍ਹਾਂ 'ਚ ਡੱਕਣਾ, ਸਾਡੇ ਤੇ ਝੂਠੇ ਪਰਚੇ ਕਰਨੇ, ਨੌਜਵਾਨਾਂ ਦੀ ਕੁੱਟਮਾਰ ਕਰਨੀ, ਫੜੋ ਫੜਾਈ ਕਰਨੀ ਹੈ। ਤੇ ਫਿਰ ਤੁਸੀਂ ਦੱਸੋ ਵੀ ਰਾਹ ਸਾਡੇ ਕੋਲ ਕੀ ਹੈ? ਲਈ ਸਾਡੇ ਕੋਲ ਪੰਜਾਬੀ ਹੋਣ ਦਾ ਬਹੁਤ ਵੱਡਾ ਸ਼ੈਲਟਰ ਹੈ, ਔਰ ਸਿੱਖੀ ਉਹਦੀ ਛਾਂ ਹੈ ਸਭ ਤੋਂ ਉੱਚੀ। ਸੋ ਸਾਨੂੰ ਐਂ ਲੱਗਦਾ ਹੈ ਕਿ ਜਿਹੜਾ ਇੰਡੀਆ ਦਾ ਫੇਕ ਇੱਥੇ ਚਲਾਇਆ ਗਿਆ ਵੀ ਇੰਡੀਅਨ ਕਹਿਣਾ ਖੁਦ ਨੂੰ, ਮੈਨੂੰ ਸਮਝ ਨਹੀਂ ਆਉਂਦੀ ਵੀ ਕਹਿਣਾ ਕਿਉਂ ਹੈ। ਗੁਜਰਾਤੀ ਆਪਣੇ ਆਪ ਨੂੰ ਗੁਜਰਾਤੀ ਕਹਿ ਕੇ ਖੁਸ਼ ਹੈ, ਬੰਗਾਲੀ ਕਹਿ ਕੇ ਖੁਸ਼ ਹੈ। ਪਾਕਿਸਤਾਨ ਨੇ ਜੋ ਬੰਗਲਾਦੇਸ਼ 'ਚ ਕੀਤਾ ਉਹਨਾਂ ਦੀ ਆਇਡੈਂਟੀ ਸਪਰੈਸ ਕਰਨ ਦਾ, ਉਹਦਾ ਨਤੀਜਾ ਕੀ ਨਿਕਲਿਆ? ਪਾਕਿਸਤਾਨ ਟੁੱਟਿਆ।
ਇੰਡੀਆ ਨੇ ਉਦੋਂ ਹਮਾਇਤ ਕੀਤੀ ਕਾਹਦੇ ਲਈ? ਦੇਖੋ ਜੀ, ਗੁਲਾਮੀ ਹੈ ਲੋਕਾਂ ਤੇ। ਇੰਡੀਆ ਉਹ ਕੰਮ ਬਲੋਚਿਸਤਾਨ 'ਚ ਕਰਦਾ, ਪਾਕਿਸਤਾਨ ਉਹ ਕੰਮ ਕਸ਼ਮੀਰ 'ਚ ਕਰੂਗਾ। ਹੁਣ ਹਿੰਦੂ ਰਾਸ਼ਟਰ ਦੀ ਗੱਲ ਹੈ, ਜੈਨੂਅਨਲੀ ਮੈਨੂੰ ਕੋਈ ਥ੍ਰੈਟ ਨਹੀਂ ਹਿੰਦੂ ਰਾਸ਼ਟਰ ਦਾ, ਮੈਨੂੰ ਕੋਈ ਥ੍ਰੈਟ ਨਹੀਂ ਹੈਗਾ ਜੇ ਕੋਈ ਹਿੰਦੂ ਰਾਸ਼ਟਰ ਜਿੰਦਾਬਾਦ ਕਹਿੰਦਾ। ਪਰ ਮੈਂ ਗੱਲ ਦੀ ਡਿਮਾਂਡ ਕਰਦਾ ਵੀ ਜਦੋਂ ਮੈਂ ਖਾਲਿਸਤਾਨ ਜਿੰਦਾਬਾਦ ਕਹਿਣਾ ਜਾਂ ਕੋਈ ਮੇਰਾ ਸਾਥੀ ਕਹਿੰਦਾ, ਉਹ ਵੀ ਥ੍ਰੈਟਨ ਫੀਲ ਨਾ ਕਰਨ। ਡਿਸਕਸ਼ਨ ਦੇ ਰਾਹ ਖੋਲ੍ਹੇ ਜਾਣ। ਮੈਂ ਇਨਵਾਈਟ ਕਰਦਾ ਸੈਂਟਰਲ ਏਜੰਸੀਆਂ ਨੂੰ ਵੀ ਬਰਾਬਰ ਤੇ ਬਹਿ ਕੇ ਗੱਲ ਕਰਨੀ, ਤੁਹਾਡੇ ਤੋਂ ਨੀਵੇਂ ਹੋ ਕੇ ਅਸੀਂ ਗੱਲ नहीं कर सकते। अमृतपाल सिंह ने पिछले कुछ हफ्तों के दौरान कुछ विवादित भाषण दिए हैं। भिंडरा वाले की तरह वो हथियार बंद लोगों के साथ घूमता है। उसने केंद्रीय गृह मंत्री अमित शाह को हाल ही में कथित तौर पर धमकी दी थी, जिसमें कहा गया था कि उनका हश्र पूर्व प्रधानमंत्री इंदिरा गांधी जैसा होगा। इसी महीने की शुरुआत में अमृतपाल सिंह ने अपने पैतृक गांव जल्लूपुर खेड़ा में एक सादे समारोह में ब्रिटेन में रहने वाली NRI किरणदीप कौर से शादी रचाई थी। न्यूज़ तक ब्यूरो।